ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਵਾਹਿਗੁਰੂ ਸਾਹਿਬ ਜੀਓ जोगी को बिरतंत हवै रहयो, महा अचंभा सब उर लहयो।
ਦੁਤੀਯ ਅਚੰਭਾ ਇਹੋ ਲੈ ਗਈ। ਹਾਥ ਜੋਰ ਪਦ ਬੰਦਤ ਪਈ। ਜੋਗੀ ਕੋ ਬਿਰਤੰਤ ਹਵੈ ਰਹਿਓ। ਮਹਾ ਅਚੰਭਾ ਸਭ ਉਰ ਲਹਿਓ। ਦੁਤੀਯ ਅਚੰਭਾ ਇਹੋ ਲੈ ਗਈ। ਹਾਥ ਜੋਰ ਪਦ ਬੰਦਤ ਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਵਾਜ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਆਪ ਜੀ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾ ਰਹੇ ਹੋ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਬਹੁਤ ਸ਼ਰਧਾ ਪ੍ਰੇਮ ਸਤਿਕਾਰ ਨਾਲ ਮਾਣਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤ ਵਡਿਆਈ ਜਥਾ ਕਵੀ ਸੰਤੋਖ ਸਿੰਘ ਸਾਹਿਬ ਦੀਆਂ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀ ਹੈ। ਜਿਵੇਂ ਲੜੀਵਾਰ ਰੂਪ ਅੰਦਰ ਉਹ ਪ੍ਰਸੰਗ ਆ ਰਹੇ ਹੈ, ਉਵੇਂ ਉਵੇਂ ਹੀ ਆਪਾਂ ਨਿਤਾ ਪ੍ਰਤੀ ਸ਼ਰਵਣ ਕੀਤੇ ਹੈ ਕਰ ਰਹੇ ਹਾਂ। ਜਥਾ ਗੁਰਸੋਭਾ ਪਿਛਲੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤੀ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਏ ਰਾਸ ਦੂਸਰੀ ਅੰਸੂ 38 ਜਾਂ 37 ਤੋਂ ਇਹ ਪ੍ਰਸੰਗ ਆਰੰਭ ਹੋਇਆ ਹੈ, ਜਿਹੜਾ ਕਿ ਉਹ ਕੋਈ ਹੰਕਾਰੀ ਰਾਜਾ ਹੈ, ਪੱਟੀ ਦਾ ਦੁਨੀ ਚੰਦ ਨਾਮ ਉਸਦਾ, ਜਿਹਦੇ ਘਰ 5 ਧੀਆਂ ਔਰ ਸਾਰੀਆਂ ਹੀ ਧੀਆਂ ਜਾਣਦੀਆਂ ਵੀ ਸਾਨੂੰ ਸਾਡਾ ਪਿਤਾ ਪਾਲਣ ਵਾਲਾ ਹੈ, ਅਸੀਂ ਪਿਤਾ ਦਾ ਦਿੱਤਾ ਖਾਨੀ ਹਾਂ। ਉਹ 5 ਚੋਂ ਇੱਕ ਜਿਹੜੀ ਆ ਉਹ ਕੋ ਸਾਧੂਆਂ ਦੀ ਸੰਗਤ ਕਰਨ ਵਾਲੀ ਹੈ, ਬਾਣੀ ਪੜ੍ਹਨ ਵਾਲੀ ਵਿਚਾਰਨ ਵਾਲੀ ਬੀਬੀ ਰਾਜ ਕੌਰ। ਪਰ ਉਹ ਇਸ ਤਰ੍ਹਾਂ ਜਾਣਦੀ ਹੈ ਵੀ ਇਹ ਜੋ ਕੁਝ ਸਾਨੂੰ ਮਿਲਦਾ ਹੈ ਕਿਸੇ ਵੀ ਪ੍ਰਾਣੀ ਨੂੰ ਉਹ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਜਿਵੇਂ ਜਿਵੇਂ ਭੇਜਦਾ ਹੈ ਜੀਵਾਂ ਨੂੰ, ਉਵੇਂ ਹੀ ਪਹਿਲਾਂ ਉਹਨਾਂ ਦੇ ਖਾਣ ਦਾ ਪ੍ਰਬੰਧ ਕੀਤਾ ਹੁੰਦਾ ਹੈ। ਕਿਉਂਕਿ ਜਿਹੜੀ ਇਹ ਸੋਝੀ ਹੈ ਪਰਮੇਸ਼ਰ ਦੇ ਉੱਪਰ ਅਟੱਲ ਭਰੋਸਾ ਹੈ, ਇਹੋ ਜਿਹੀ ਜਿਹੜੀ ਦਾਤ ਉਹ ਸੰਗਤ ਚੋਂ ਹੀ ਪ੍ਰਾਪਤ ਹੁੰਦੀ ਹੈ। ਕਿਉਂਕਿ ਭੈਣਾਂ ਤਾਂ ਉਹ 5 ਹੀ ਨੇ ਨਾ, ਦੁਨੀ ਚੰਦ ਦੀਆਂ ਹੀ ਧੀਆਂ, ਪਰ ਵੇਖ ਲਓ ਉਹਨਾਂ ਵਿੱਚੋਂ ਇਹ ਇਕੱਲੀ ਹੈ ਜਿਹਦੇ ਮਨ ਵਿੱਚ ਇਹ ਭਰੋਸਾ ਵੀ ਸਭ ਸੰਸਾਰ ਨੂੰ ਦੇਣ ਪਾਲਣ ਵਾਲਾ ਪ੍ਰਭੂ ਪਰਮੇਸ਼ਰ ਹੈ। ਜਿਸ ਕਰਕੇ ਭਾਵ ਇਹਦਾ ਹੀ ਹੈ ਵੀ ਉਹ ਕਾਰਨ ਉਹਦਾ ਹੈ ਵੀ ਉਹ ਸੰਗਤ ਕਰਦੀ ਹੈ, ਦੂਜੀਆਂ ਸੰਗਤ ਨਹੀਂ ਕਰਦੀਆਂ। ਤੇ ਸੰਗਤ ਤੋਂ ਬਿਨ ਸੰਗਤ ਮੈਲ ਪ੍ਰੀਜੈ ਜੀਓ। ਵੇਖੋ ਕਿੱਡਾ ਵੱਡਾ ਭੁਲੇਖਾ ਪਿਆ ਹੋਇਆ ਵੀ ਸਾਨੂੰ
ਪਾਲਣ ਵਾਲਾ ਸਾਡਾ ਪਿਤਾ ਹੈ। ਉਹ ਦੁਨੀ ਚੰਦ ਨੂੰ ਵੀ ਭੁਲੇਖਾ ਵੀ ਮੈਂ ਹੀ ਇਹਨਾਂ ਨੂੰ ਦਿੰਦਾ ਹਾਂ, ਦਾਤਾ ਹਾਂ। ਤੇ ਸੰਗਤ ਕਰਨ ਵਾਲੀ ਮਾਈ ਦੇ ਮਨ ਵਿੱਚ ਕਿੱਡਾ ਭਰੋਸਾ ਹੈ। ਇੱਕ ਉਹ ਹੈ ਜਿਹੜੇ ਭਰਮ ਦੇ ਤਲ ਤੇ ਖੜੇ ਹੋਏ ਹੈ, ਤੇ ਇੱਕ ਇਹ ਮਾਈ ਹੈ ਜਿਹਦੇ ਮਨ ਵਿੱਚ ਸ਼ਰਧਾ ਹੈ, ਸ਼ਰਧਾ ਵਾਲੇ ਪਕਸ਼ ਵਿੱਚ ਹੈ। ਜਿਸ ਕਰਕੇ ਇਹਨੇ ਕਹਿ ਦਿੱਤਾ ਉਹਦੇ ਪਿਤਾ ਦੇ ਸਾਹਮਣੇ ਵੀ ਮੈਨੂੰ ਤਾਂ ਅਕਾਲ ਪੁਰਖ ਦਿੰਦਾ, ਮੈਂ ਆਪਦੇ ਕਰਮਾਂ ਦਾ ਦਿੱਤਾ ਖਾਂਦੀ ਪਹਿਨਦੀ ਹਾਂ, ਭੋਗਦੀ ਹਾਂ। ਦੁਨੀ ਚੰਦ ਹੰਕਾਰੀ ਨੇ ਆਖਿਆ, ਜੇ ਕਰਮਾਂ ਦਾ ਦਿੱਤਾ ਖਾਨੀ ਹੈ, ਮੇਰਾ ਦਿੱਤਾ ਨਹੀਂ ਖਾਂਦੀ, ਫਿਰ ਤੈਨੂੰ ਜੇ ਵਿਆਹ ਹੀ ਕੋੜੇ ਨਾਲ ਦਈਏ ਤੇ ਫਿਰ ਹੁਣ ਸੁੱਖ ਭੋਗਦੀ ਹੈ, ਫਿਰ ਦੁੱਖ ਨਾ ਮਿਲੂ। ਕਹਿੰਦੀ ਪਿਤਾ ਜੀ ਉਹ ਵੀ ਮੇਰੇ ਕਰਮ ਹੈ, ਵੀ ਜੇ ਮੇਰੇ ਕਰਮਾਂ ਵਿੱਚ ਸੁੱਖ ਹੈ ਉਹ ਕੋੜੇ ਦੇ ਘਰ ਵੀ ਮਿਲ ਜਾਵੇਗਾ। ਇਸ ਤਰ੍ਹਾਂ ਦੀ ਗੱਲ ਸੁਣ ਕੇ ਉਹ ਟਲਿਆ ਨਾ, ਉਹਨੇ ਕੋੜੇ ਦੇ ਲੜ ਲਾ ਦਿੱਤੀ। ਵਿਆਹੀ ਗਈ ਹੈ ਬੀਬੀ ਰਜਨੀ, ਬੀਬੀ ਰਾਜ ਕੌਰ ਕਹੋ, ਜਿਸ ਦੇ ਸਹੁਰੇ ਘਰ ਜਾਣ ਤੇ ਕੁਝ ਦਿਨ ਕੱਢੇ ਇਸਨੇ ਬੜੀ ਭੁੱਖ ਦੁੱਖ ਨਾਲ। ਫਿਰ ਪਤੀ ਨੂੰ ਚੁੱਕ ਕੇ ਖਾਰੀ ਵਿੱਚ ਪਾਇਆ, ਪਿੰਗਲੇ ਨੂੰ, ਹੱਥ ਪੈਰ ਉਹਦੇ ਹੈ ਨਹੀਂ ਸਨ। ਤੇ ਇਸ ਤਰ੍ਹਾਂ ਚਲਾਉਂਦੀ ਪਿੰਡਾਂ ਚੋਂ ਮੰਗਦੀ ਹੋਈ ਜਿਹੜੀ ਉਹ ਮਾਈ ਰਜਨੀ ਹੈ, ਉਹ ਕਦੇ ਕਿਸੇ ਪਿੰਡ ਚੋਂ ਮੰਗਦੀ ਹੈ, ਖਾ ਲੈਂਦੀ, ਪਹਿਲਾਂ ਪਤੀ ਨੂੰ ਖਵਾਉਂਦੀ, ਕਦੇ ਫਿਰ ਆਪ ਖਾਂਦੀ ਹੈ। ਤੁਰਦੀ ਗੁਰੂ ਕਾ ਚੱਕ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੰਤੋਖਸਰ ਸਾਹਿਬ ਦੀ ਸੇਵਾ ਕਰਾ ਰਹੇ ਹੈ, ਇਹਦੇ ਲੰਗਰਾਂ ਵਿੱਚੋਂ ਕੁਝ ਦਿਨ ਛਕਿਆ। ਪਰ ਉੱਥੇ ਬਹੁਤਾ ਇਕੱਠ ਸੰਗਤ ਦਾ ਹੋਣ ਕਰਕੇ ਉਹ ਕੋਈ ਐਸੇ ਵੀ ਸਨ ਜਿਹੜੇ ਕਹਿ ਦਿੰਦੇ ਵੀ ਇਹ ਮੱਖੀਆਂ ਭਿਣਕਦੀਆਂ, ਕੋੜੇ ਨੂੰ ਨਾਲ ਕਿੱਧਰ ਧੋਈ ਫਿਰਦੀ ਹੈ, ਸਾਡਾ ਕੁਝ ਛਕਣ ਨੂੰ ਦਿਲ ਨਹੀਂ ਕਰਦਾ ਇਹਦੇ ਵੱਲ ਵੇਖ ਕੇ। ਉਹ ਫਿਰ ਉਹਨਾਂ ਦੇ ਤਾਨਿਆਂ ਤੋਂ ਤੰਗ ਆ ਕੇ ਫਿਰ ਉਹ ਪਿੰਡਾਂ ਚੋਂ ਮੰਗਣ ਲੱਗ ਗਈ। ਤੁੰਗ ਪਿੰਡ ਜਿਹੜਾ ਹੁਣ ਤੋਂ ਅੰਮ੍ਰਿਤਸਰ ਸਾਹਿਬ ਵਿੱਚ ਹੀ ਹੈ, ਤੁੰਗ ਨਾਵੇਂ ਪਿੰਡ ਵਿੱਚੋਂ ਜਦੋਂ ਇਹ ਮੰਗਣ ਗਈ ਹੈ, ਆਪਦੇ ਪਤੀ ਨੂੰ ਇੱਕ ਸੰਘਣੇ ਬੇਰ ਦੇ ਹੇਠਾਂ ਬਿਠਾ ਗਈ। ਜਿਸ ਕਰਕੇ ਉਹ ਜਦੋਂ ਬੇਰ ਦੇ ਹੇਠਾਂ ਬਿਠਾ ਕੇ ਗਈ, ਆਪ ਪ੍ਰਸ਼ਾਦਾ ਲੈਣ ਵਾਸਤੇ ਗਈ, ਤੇ ਕੁਝ ਸਮੇਂ ਬਾਅਦ ਉਹ ਆ ਕੇ ਵੇਖਿਆ ਵੀ ਉੱਥੇ ਇੱਕ ਬਹੁਤ ਨਵਾਂ ਨਰੋਆ ਤੰਦਰੁਸਤ ਨੌਜਵਾਨ ਬੈਠਾ, ਖਾਰੀ ਜੀ ਮੁੱਧੀ ਮਾਰੀ ਹੋਈ ਹੈ, ਜਿਹਦੇ ਵਿੱਚ ਇਹਦਾ ਪਤੀ ਪਿੰਗਲਾ ਸੀ। ਇਹਨੇ ਫਿਰ ਉੱਥੇ ਰੌਲਾ ਪਾਇਆ ਵੀ ਤੂੰ ਮੇਰਾ ਪਤੀ ਮਾਰ ਦਿੱਤਾ ਹੈ, ਜਿਸ ਕਰਕੇ ਮੇਰਾ ਪਤੀ ਤੂੰ ਮਾਰ ਕੇ ਔਰ ਆਪ ਮੇਰਾ ਘਰ ਵਾਲਾ ਬਣਨ ਨੂੰ ਤੇਰੇ ਮਨ ਵਿੱਚ ਮੈਲ ਹੈ। ਇਸ ਤਰ੍ਹਾਂ ਦੀ ਗੱਲਬਾਤ ਕਹਿੰਦੀ ਉਹਨੇ ਨੂੰ ਪਿੰਡਾਂ ਦੀ ਪੰਚਾਇਤ ਵੀ ਆਉਣੀ ਸ਼ੁਰੂ ਹੋ ਗਈ ਵੀ ਕੀ ਰੌਲਾ ਹੈ। ਇਸ ਕਰਕੇ ਉਹ ਰੌਲਾ ਵੱਧਦਾ, ਫਿਰ ਕਿਸੇ ਸਿਆਣੇ ਨੇ ਦੱਸਿਆ ਸਿੱਖਾਂ ਨੇ ਵੀ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਲਾਗੇ ਹੀ ਇੱਥੇ ਸਥਾਨ ਹੈ, ਤੇ ਕਿਉਂ ਨਾ ਤੁਸੀਂ ਉਹਨਾਂ ਦੇ ਕੋਲ ਦੋਵੇਂ ਜਾਓ, ਵੀ ਉਹ ਜੋ ਕਹਿਣਗੇ ਉਹ ਸੱਚ ਹੀ ਕਹਿਣਗੇ, ਕਿਉਂਕਿ ਉਹ ਅੰਤਰਜਾਮੀ ਹਨ ਤੇ ਤੁਹਾਨੂੰ ਮੰਨਣਾ ਵੀ ਪਏਗਾ। ਬੀਬੀ ਰਜਨੀ ਨੇ ਜਾਣਿਆ ਵੀ ਇਹ ਬਚਨ ਬਿਲਕੁਲ ਮੇਰੇ ਹੱਕ ਦੇ ਅਨੁਕੂਲ ਹੈ, ਕਿਉਂਕਿ ਇਹਨੇ ਵਡਿਆਈ ਸੁਣੀ ਸੀ ਗੁਰੂ ਨਾਨਕ ਪਾਤਸ਼ਾਹ ਦੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ। ਇਉਂ ਵਿਚਾਰ ਕਰਕੇ ਫਿਰ ਬੀਬੀ ਰਜਨੀ ਉਹ ਪਤੀ ਨੂੰ ਲੈ ਕਰਕੇ, ਜਿਹਦੀ ਪਛਾਣ ਭੁੱਲੀ ਹੋਈ ਹੈ ਕਿਉਂਕਿ ਪਹਿਲਾਂ ਉਹ ਕੋੜਾ ਸੀ, ਅੰਮ੍ਰਿਤ ਸਰੋਵਰ ਜਿਹੜਾ ਕਦੇ ਛੋਟਾ ਟੋਭੇ ਦਾ ਰੂਪ ਸੀ, ਛੋਟਾ ਤਲਾਬ ਦਾ ਰੂਪ ਸੀ, ਦੁੱਖ ਭੰਜਨ ਬੇਰ ਹੇਠ ਇਸ਼ਨਾਨ ਕਰਨ ਦੇ ਕਾਰਨ ਇਹਦਾ ਉਹ ਰੋਗ ਕੋੜ ਦਾ ਦੂਰ ਹੋਇਆ ਸੀ। ਪਰ ਇਹ ਗੈਰ ਹਾਜ਼ਰ ਹੋਣ ਕਰਕੇ ਹੁਣ ਪਛਾਣ ਨਹੀਂ ਰਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਇਹ ਸਾਰਾ ਜਿਹੜਾ ਝਗੜਾ ਗਿਆ, ਇਹ ਪ੍ਰਸੰਗ ਆਪਾਂ ਕੱਲ ਸੁਣਿਆ। ਜਥਾ ਅੱਗੇ ਸਤਿਗੁਰਾਂ ਦੀ ਦਇਆ ਸਦਕਾ ਪ੍ਰਸੰਗ ਚੱਲ ਰਿਹਾ ਹੈ। ਮਹਾਰਾਜ ਦੇ ਦਰ ਘਰ ਦੀ ਵਡਿਆਈਆਂ ਚਿੱਤ ਬਿਰਤੀਆਂ ਕਾਗਰ ਕਰ ਸੁਣੋ ਜੀ। ਗਰੀਬ ਨਵਾਜ ਨੂੰ ਹਿਰਦੇ ਵਸਾਓ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ
ਜੋਗੀ ਕੋ ਬਿਰਤੰਤ ਹੋਵੈ ਰਹਿਓ। ਇਧਰ ਉਹ ਜੋਗੀ ਜਿਹੜਾ ਮੱਠ ਚੋਂ ਨਿਕਲਿਆ ਸੀ ਉਹ ਚੜਾਈ ਕਰ ਗਿਆ, ਸੰਤੋਖਸਰ ਸਰੋਵਰ ਦੇ ਵਿੱਚੋਂ ਖੁਦਾਈ ਚੋਂ ਮਿਲਿਆ। ਤੇ ਸੰਗਤਾਂ ਹੈਰਾਨ ਸਨ ਵਿਚਾਰੀਆਂ, ਜੋਗੀ ਦੀਆਂ ਗੱਲਾਂ ਚੱਲ ਰਹੀਆਂ ਸੀ। ਅਜੇ ਸੱਜਰਾ ਹੀ ਉਹ ਤਾਜ਼ਾ ਹੀ ਜੋਗੀ ਚੜਾਈ ਕੀਤਾ ਸੀ, ਉਹਨੂੰ ਉੱਥੇ ਹੀ ਉਹਦਾ ਸਰੀਰ ਲੋਪ ਕੀਤਾ ਸਰੋਵਰ ਦੇ ਪਟਾਈ ਵਾਲੀ ਜਗ੍ਹਾ ਤੇ ਉਹਦੀ ਜੋਗੀ ਦੀ ਸੋਭਾ ਗਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਤੋਂ ਬੇਅੰਤ ਤਰ੍ਹਾਂ ਦੇ ਪ੍ਰਸ਼ਨ ਸੰਸੇ ਸਿੱਖ ਪੁੱਛ ਰਹੇ ਵੀ ਜੋਗੀ ਦੀਆਂ ਗੱਲਾਂ ਆਪਸ ਵਿੱਚ ਸਿੱਖ ਕਰ ਰਹੇ ਹਨ। ਮਹਾ ਅਚੰਭਾ ਸਭ ਉਰ ਲਹਿਓ। ਤੇ ਸਾਰਿਆਂ ਦੇ ਮਨ ਵਿੱਚ ਜੋਗੀ ਕਰਕੇ ਵੀ ਤ੍ਰੇਤੇ ਜਾਂ ਸਤਜੁਗ ਦਾ ਜੋਗੀ ਅਜੇ ਮੱਠ ਚੋਂ ਨਿਕਲਿਆ, ਇਹ ਅਜੰਭਾ ਕਹੋ ਹੈਰਾਨੀ ਭਾਵਨਾ ਜਿਹੜੀ ਆ, ਇਸ ਤਰ੍ਹਾਂ ਸਾਰਿਆਂ ਦੇ ਮਨ ਵਿੱਚ ਹੈਰਾਨਗੀ ਜੀ ਲੱਗੀ ਹੋਈ ਸੀ। ਦੁਤੀਯ ਅਚੰਭਾ ਇਹੋ ਲੈ ਗਈ। ਤੇ ਰਹਿੰਦੀ ਕਸਰ ਵੀ ਸਿੱਖਾਂ ਦੀ ਤਾਂ ਅੱਗੇ ਹੈਰਾਨੀ ਦੀ ਹੱਦ ਨਹੀਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਵਡਿਆਈਆਂ ਬਖਸ਼ ਰਹੇ ਆ। ਉਹਨੇ ਨੂੰ ਇਹ ਬੀਬੀ ਰਾਜ ਕੌਰ ਆਪਦੇ ਪਤੀ ਨਾਲ ਝਗੜਦੀ ਹੋਈ ਇੱਥੇ ਆਣ ਪਹੁੰਚੀ ਆ। ਦੂਜਾ ਅਚੰਭਾ ਭਾਵ ਜਿਹੜਾ ਹੈਰਾਨੀ ਕਰਨ ਵਾਲਾ ਪ੍ਰਸੰਗ ਇਹ ਲੈ ਆਈ ਹੈ। ਹਾਥ ਜੋੜ ਪਦ ਬੰਦਤ ਭਈ। ਤੇ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਤਿਸ ਕੇ ਪਤ ਨੇ ਮਸਤਕ ਟੇਕਾ। ਤੇ ਜਿਹੜਾ ਇਹਦਾ ਪਤੀ ਹੈ ਉਹ ਪਿੰਗਲਾ ਠੀਕ ਹੋਇਆ, ਉਹਨੇ ਵੀ ਸਤਿਗੁਰਾਂ ਦੇ ਚਰਨੀ ਮੱਥਾ ਟੇਕਿਆ ਹੈ। ਬੈਠੇ ਸਰ ਤਟ ਜਲਦ ਬਿਬੇਕਾ। ਤੇ ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹੈ ਤੇ ਸਰੋਵਰ ਦੇ ਕੰਢੇ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਬੈਠੇ ਹਨ। ਨਿਕਟ ਭੀੜ ਹਵੈ ਨਰ ਸਮੁਦਾਏ। ਬਹੁਤ ਸਿੱਖ ਸੰਗਤਾਂ ਦੀ ਭੀੜ ਸੱਚੇ ਪਾਤਸ਼ਾਹ ਦੇ ਇਰਦ ਗਿਰਦ ਸਜੀ ਹੋਈ ਹੈ। ਕਰਹਿ ਕਾਰ ਕੋ ਥਿਰ ਟਿਗ ਥਾਏ। ਤੇ ਸੰਗਤਾਂ ਮਹਾਰਾਜ ਦੇ ਪਾਸ ਕੁਝ ਖੜੀਆਂ ਹੋਈਆਂ ਤੇ ਕੋਈ ਜਿਹੜੀਆਂ ਸੰਗਤਾਂ ਉਹ ਸਰੋਵਰ ਦੀ ਸੇਵਾ ਕਰਦੀਆਂ ਹਨ। ਖਰੇ ਭਏ ਦੋਨਹ ਕਰ ਜੋਰ। ਇੱਧਰ ਜਿਹੜੇ ਪਤੀ ਸਤੀ ਦੋਵੇਂ ਐ, ਬੀਬੀ ਰਾਜ ਕੌਰ ਤੇ ਉਹ ਪਿੰਗਲਾ ਠੀਕ ਹੋਇਆ ਇਹਦਾ ਪਤੀ, ਦੋਵੇਂ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜੇ ਹਨ। ਸ਼੍ਰੀ ਅਰਜਨ ਪਿਖ ਕਰ ਇਨ ਓਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਜਦੋਂ ਵੇਖਿਆ ਇਹਨਾਂ ਦੋਵਾਂ ਨੂੰ ਆਇਆ ਮੱਥਾ ਟੇਕਦਿਆਂ ਹੱਥ ਜੋੜ ਕੇ ਖੜਿਆਂ ਹੋਇਆਂ ਤੇ ਦੀਨਾ ਬੰਧੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ। ਬੂਝਿਓ ਕਾਰਜ ਕਾਨ ਤੁਮਾਰਾ। ਸੱਚੇ ਪਾਤਸ਼ਾਹ ਜੀ ਪੁੱਛਦੇ ਆ, ਭਾਈ ਆਓ ਤੁਸੀਂ ਦੋਵੇਂ ਹੱਥ ਜੋੜ ਕੇ ਖੜੇ ਹੋ ਬੜੇ ਸਮੇਂ ਦੇ, ਵੀ ਕੀ ਕਾਰਜ ਹੈ, ਕਿਸ ਕੰਮ ਨੂੰ ਆਏ ਹੋ? ਕਿਮ ਥਿਰ ਰਹੇ ਕਰਹਾ ਵਿਸਥਾਰਾ। ਕਿਵੇਂ ਇੱਥੇ ਆਏ ਹੋਏ ਟਿਕੇ ਹੋਏ ਹੋ, ਹੱਥ ਜੋੜ ਕੇ ਖਲੇ ਹੋ, ਇਹ ਵਿਸਥਾਰ ਕਰੋ, ਸਭ ਦੱਸਣਾ ਕਰੋ ਤੁਸੀਂ। ਦੋਹਰਾ ਕਹਿਤ ਭਈ ਕਰ ਜੋਰ ਕੈ। ਇਧਰ ਜਿਹੜੀ ਬੀਬੀ ਰਾਜ ਕੌਰ ਹੈ ਉਹ ਸਤਿਗੁਰਾਂ ਤੋਂ ਸੁਣ ਕੇ ਤੇ ਹੱਥ ਜੋੜ ਕੇ ਬੋਲੀ ਹੈ। ਸ਼੍ਰੀ ਗੁਰ ਅਰਜੁਨ ਨਾਥ। ਹੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਮਹਾਰਾਜ ਆਪ ਸਭ ਸੰਸਾਰ ਦੇ ਸੁਆਮੀ ਮਾਲਕ ਹੋ। ਸੁਜਾਸ ਆਪ ਕੋ ਵਿਦਿਤ ਹੈ। ਤੇ ਆਪ ਜੀ ਦੀ ਵਡਿਆਈ ਜਿਹੜੀ ਹੈ ਉਹ ਮਹਾਰਾਜ ਕਿਤੋਂ ਲੁਕੀ ਛੁਪੀ ਨਹੀਂ, ਸਭ ਸੰਸਾਰ ਦੇ ਵਿੱਚ ਤੁਹਾਡੀ ਮਹਿਮਾ ਸਭ ਜਾਣਦੇ ਹਨ। ਕਰਾਮਾਤ ਅਤ ਸਾਥ। ਤੇ ਆਪ ਸੰਸਾਰ ਤੇ ਅਤ ਕਹੀਏ ਬਹੁਤੀ ਕਰਾਮਾਤ ਸ਼ਕਤੀ ਦੇ ਸਹਿਤ ਪ੍ਰਗਟੇ ਹੋ, ਸਜੇ ਹੋ। ਚੌਪਈ ਸ਼੍ਰੀ ਨਾਨਕ ਸੁਨੀਅਤ ਜਗ ਭਏ। ਕਿਉਂਕਿ ਮਹਾਰਾਜ ਅਸਾਂ ਨੇ ਬਚਪਨ ਤੋਂ ਲੈ ਕੇ ਸਭ ਸੰਸਾਰ ਨਹੀਂ, ਅਸੀਂ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਵਹਿਮਾ ਸੁਣੀ ਹੈ, ਵੀ ਸੁਣਿਆ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਕਲਿਆਣ ਕਰਨ ਵਾਲੇ ਸਤਿਗੁਰੂ ਹੋਏ ਸਨ। ਸਿੱਧ ਪੀਰ ਆਦਿਕ ਜੈ ਕਏ। ਜਿਨ੍ਹਾਂ ਨੇ ਸਿੱਧ ਤੇ ਪੀਰ ਵੱਡੇ ਵੱਡੇ ਉਹ ਜੈ ਕਏ ਭਾਵ ਜਿਤਨਾ ਕੀਤੇ ਸਨ। ਮਹਾਪੁਰਖ ਗੰਭੀਰ ਉਦਾਰਾ। ਤੇ ਬੜੇ ਮਹਾਨ ਪੁਰਸ਼ ਸਨ ਤੇ ਗੰਭੀਰ ਮਤੇ ਦੇ ਬੜੇ ਡੂੰਘੇ ਸਨ ਤੇ ਬੜੇ ਸਖੀ ਚਿੱਤ ਸਨ। ਜਿਨ ਕੋ ਦਸ ਗਾਵਤ ਜਗ ਸਾਰਾ। ਜਿਨ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਵਡਿਆਈ ਜਸ ਹੈ ਉਹ ਸਭ ਸੰਸਾਰ ਗਾਉਂਦਾ ਹੈ। ਦਾਸਨ ਕੋ ਦੇ ਗਿਆਨ ਵਡਾਈ। ਜਿਹੜੇ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਸਿੱਖਾਂ ਸੇਵਕਾਂ ਨੂੰ ਗਿਆਨ ਬਖਸ਼ਦੇ ਆ, ਗਿਆਨ ਦੇ ਸਦਕਾ ਵਡਿਆਈਆਂ ਬਖਸ਼ਦੇ ਰਹੇ ਆ। ਸੋ ਅਬ ਲਗ ਜਗ ਮਹਿ ਦੇ ਬਤਾਈ। ਤੇ ਜਿਹੜੀਆਂ ਵਡਿਆਈਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਸੇਵਕਾਂ ਨੂੰ ਬਖਸ਼ੀਆਂ
ਉਹ ਨਾਸ਼ ਨਹੀਂ ਹੋਈਆਂ, ਹੁਣ ਤੀਕਰ ਉਹ ਸੰਸਾਰ ਵਿੱਚ ਪ੍ਰਤੱਖ ਪ੍ਰਗਟ ਹਨ। ਦੁਰੇ ਬ੍ਰਿੰਦ ਦੰਭੀ ਜਹ ਕਹਾਂ। ਜਿੱਥੇ ਦੰਭ ਪਖੰਡ ਮਹਾਰਾਜ ਉੱਥੇ ਪਹੁੰਚੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਵੇਖ ਵੇਖ ਕੇ ਇਹ ਸੱਚੇ ਪਾਤਸ਼ਾਹ ਜੀ, ਸਭ ਜਿਹੜੇ ਦੰਭੀ ਪਖੰਡੀ ਸਨ ਉਹ ਲੁਕ ਗਏ ਸਨ। ਤੇਜ ਪ੍ਰਕਾਸ਼ ਦਸਹਾ ਦਿਸ ਮਹਾ। ਤੇ ਸੱਚੇ ਪਾਤਸ਼ਾਹ ਜੀਆਂ ਦਾ ਤੇਜ ਪ੍ਰਤਾਪ ਦਸਾਂ ਦਿਸ਼ਾਵਾਂ ਵਿੱਚ ਫੈਲਿਆ ਹੋਇਆ ਹੈ। ਤਿਨ ਸਥਾਨ ਰਾਵਰ ਅਬ ਅਹੋ। ਉਹ ਐਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਗੁਰਤਾ ਸਿੰਘਾਸਣ ਤੇ ਪੰਜਵੇਂ ਸਥਾਨ ਤੇ ਸੱਚੇ ਪਾਤਸ਼ਾਹ ਜੀ ਹੁਣ ਆਪ ਹੋ। ਹਿਰਦੇ ਬਿਖੈ ਸਭ ਗਿਆਤਾ ਲਹੋ। ਤੇ ਮਹਾਰਾਜ ਆਪ ਪੁੱਛਦੇ ਹੋ ਵੀ ਕਿਉਂ ਇੱਥੇ ਆਈ ਆ। ਸੱਚੇ ਪਾਤਸ਼ਾਹ ਜੀ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਆਪ ਸਭ ਦੇ ਮਨਾਂ ਦੀ ਜਾਣਨ ਵਾਲੇ ਹੋ, ਸਭ ਦੇ ਹਿਰਦਿਆਂ ਦੀ ਜਾਣਨ ਵਾਲੇ ਅੰਤਰਜਾਮੀ ਪਾਤਸ਼ਾਹ ਹੋ। ਸੰਸੈ ਕਰਦਮ ਧਸ ਮਨ ਮੂਰਾ। ਪਰ ਮਹਾਰਾਜ ਮੈਂ ਦੁਖੀ ਬਹੁਤ ਹਾਂ। ਸੰਸੇ ਰੂਪੀ ਭਰਮ ਰੂਪੀ ਚਿੱਕੜ ਦੇ ਵਿੱਚ ਮੇਰਾ ਮਨ ਧੱਸਦਾ ਜਾਂਦਾ ਹੈ। ਧਰਮ ਛਿਦਨ ਤੇ ਡਰ ਔਰ ਕੋਰਾ। ਤੇ ਮੇਰੇ ਮਨ ਵਿੱਚ ਬਹੁਤਾ ਡਰ ਪਿਆ ਹੋਇਆ ਵੀ ਕਿਤੇ ਮੇਰਾ ਧਰਮ ਨਾ ਛਿਦਿਆ ਜਾਵੇ, ਟੁੱਟ ਕੱਟ ਜਾਵੇ। ਭਾਵ ਪਤੀਬ੍ਰਤਾ ਧਰਮ ਮੇਰਾ ਖਤਰੇ 'ਚ ਹੈ ਵੀ ਕਿਤੇ ਮੇਰਾ ਪਤੀਬ੍ਰਤਾ ਧਰਮ ਨਾ ਟੁੱਟ ਜਾਵੇ। ਬਾਕ ਤੁਮਾਰੋ ਹੋਏ ਸਹਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਬਚਨ ਇਸ ਕਰਕੇ ਮੇਰੀ ਸਹਾਇਤਾ ਕਰਨ ਵਾਲੇ ਹੋਣਗੇ। ਜੇ ਆਪ ਜੀ ਮੇਰਾ ਸੰਸਾ ਦੂਰ ਕਰ ਦਿਓ ਤਾਂ ਇਸੀ ਹੇਤ ਮੈਂ ਚੱਲ ਕਰ ਆਈ। ਤੇ ਤੁਹਾਡੇ ਬਚਨਾਂ ਨੂੰ ਆਪ ਦੇ ਸਹਾਈ ਜਾਣ ਕੇ ਵੀ ਸੱਚੇ ਪਾਤਸ਼ਾਹ ਹੀ ਮੇਰਾ ਸੰਸਾ ਨਿਵਰਤ ਕਰ ਸਕਦੇ ਆ, ਤੇ ਮੈਂ ਤੁਹਾਡੇ ਪਾਸ ਚੱਲ ਆਈ ਹਾਂ। ਪਾਂਚ ਸੁਤਾ ਹਮ ਪਿਤ ਕੇ ਹੁਤੀ। ਤੇ ਮਹਾਰਾਜ ਸੁਣੋ ਮੇਰੇ ਮਨ ਵਿੱਚ ਸੰਸਾ ਕੀ ਹੈ। ਮੈਂ ਮਹਾਰਾਜ ਪੱਟੀ ਵਾਲੇ ਰਾਜੇ ਦੁਨੀ ਚੰਦ ਦੀ ਧੀ ਹਾਂ ਤੇ 5 ਭੈਣਾਂ ਅਸੀਂ ਹਾਂ। ਭਾਵ ਮੇਰੇ ਪਿਤਾ ਦੇ ਘਰ 5 ਅਸੀਂ ਭੈਣਾਂ ਹਾਂ। ਇੱਕ ਸਮਾਨ ਹੀ ਤਨ ਮੈਂ ਦੁਤੀ। ਤੇ ਸਾਰੀਆਂ ਸਰੀਰ ਕਰਕੇ ਭਾਵ ਕੱਦ ਕਾਠ ਸਰੂਪ ਕਰਕੇ ਸਾਰੀਆਂ ਹੀ ਇੱਕੋ ਜੀਆਂ ਹਾਂ। ਪੇਤੋ ਰਿਸ ਕਰ ਕੁਸ਼ਟੀ ਪਤ ਦੀਨਾ। ਤੇ ਬਸ ਉਹ ਗੱਲਾਂ ਚੋਂ ਗੱਲ ਵੀ ਉਹ ਮੇਰੇ ਤੇ ਪਿਤਾ ਜੀ ਜਿਹੜੇ ਉਹ ਕ੍ਰੋਧਿਤ ਹੋਏ ਆ। ਭਾਵ ਕਿ ਜਿਹੜਾ ਹੈ ਵੀ ਪਿਤਾ ਉਹ ਕਹਿੰਦੇ ਸੀ ਵੀ ਮੇਰਾ ਦਿੱਤਾ ਖਾਨੀ ਹੋ। ਮੈਂ ਆਖਿਆ ਵੀ ਪਰਮੇਸ਼ਰ ਦਾ ਭਾਗਾਂ ਦਾ ਦਿੱਤਾ ਖਾਂਦੀ ਹਾਂ। ਇਸ ਗੱਲ ਕਰਕੇ ਮੇਰੇ ਪਿਤਾ ਜੀ ਮੇਰੇ ਨਾਲ ਬਹੁਤ ਦੁਖੀ ਹੋਏ, ਔਖੇ ਹੋਏ, ਗੁੱਸੇ ਹੋਏ ਤੇ ਕਹਿੰਦੇ ਜੇ ਭਾਗਾਂ ਦਾ ਦਿੱਤਾ ਖਾਨੀ ਏ ਤੇ ਲੈ ਕੋੜੇ ਦੇ ਲੜ ਲਾਉਣੇ ਵੇਖਦੇ ਤੇਰੇ ਭਾਗ ਸੁੱਖ ਦਿੰਦੇ ਕਿ ਦੁੱਖ ਦਿੰਦੇ ਭੋਗ ਫਿਰ। ਤੋ ਇਸ ਤਰ੍ਹਾਂ ਦੀ ਗੱਲ ਕਹਿ ਕੇ ਇਹ ਮਹਾਰਾਜ ਮੈਨੂੰ ਕੋੜੇ ਦੇ ਲੜ ਲਾ ਦਿੱਤਾ ਸੀ, ਕੋੜੇ ਘਰ ਵਿਆਹ ਦਿੱਤਾ ਸੀ। ਧਰਮ ਆਪਣੋ ਮੈਂ ਦ੍ਰਿੜ ਕੀਨਾ। ਪਰ ਮੈਂ ਕੋੜੇ ਨੂੰ ਆਪਦਾ ਪਤੀ ਮੰਨ ਕੇ ਤੇ ਪਤੀਬ੍ਰਤਾ ਧਰਮ ਵਿੱਚ ਸਤ ਰੱਖਿਆ ਤੇ ਬੜੀ ਮਹਾਰਾਜ ਮੈਂ ਪਰਪੱਕਤਾ ਰੱਖੀ, ਪੱਕਾ ਧਰਮ ਜਾਣਿਆ, ਪਤੀ ਨੂੰ ਪਰਮੇਸ਼ਰ ਕਰ ਪੂਜਿਆ ਹੁਣ ਤੀਕਰ। ਤਿਸ ਕੋ ਖਾਰੀ ਮੈਂ ਤਰ ਲੀਨਾ। ਤੇ ਮਹਾਰਾਜ ਫਿਰ ਮੈਂ ਇਸੇ ਨਾਲ ਹੀ ਜ਼ਿੰਦਗੀ ਪੂਰੀ ਕਰਨ ਦਾ ਮਨ ਵਿੱਚ ਨਿਰਣਾ ਲਿਆ ਤੇ ਇਹ ਕੋੜੇ ਪਤੀ ਨੂੰ ਮੈਂ ਖਾਰੀ ਵਿੱਚ ਬਿਠਾ ਲੈ ਕਰਕੇ ਨਿਕਸੀ ਵਹਿਰ ਫਿਰਨ ਸਭ ਚੀਨਾ। ਖਾਰੀ ਸਿਰ ਤੇ ਚੁੱਕ ਕੇ ਤੇ ਮੈਂ ਆਪਦਾ ਭਲਾ ਜਾਣ ਕੇ ਤੇ ਉਸ ਘਰ ਚੋਂ ਪੱਟੀ ਸ਼ਹਿਰ ਤੋਂ ਬਾਹਰ ਆ ਗਈ ਵੀ ਮੰਗ ਕੇ ਖਾ ਲਵਾਂ ਕਰਾਂਗੀ। ਜਾਚਿਤ ਫਿਰੀ ਸੋ ਭਰਤਾ ਲੈ ਕੇ। ਆਪਦੇ ਘਰ ਵਾਲੇ ਨੂੰ ਨਾਲ ਲੈ ਕੇ ਕੋੜੇ ਇਸ ਪਤੀ ਨੂੰ ਚੁੱਕ ਕੇ ਸਿਰ ਤੇ ਮਹਾਰਾਜ ਮੈਂ ਪਿੰਡਾਂ ਵਿੱਚੋਂ ਮੰਗ ਖਾ ਲੈਂਦੀ ਸੀ। ਭੋਜਨ ਆਨ ਜਾਚਨਾ ਕਹਿ ਕਿ ਕੇ। ਮੈਂ ਇਹਨੂੰ ਪਿੰਡ ਦੇ ਬਾਹਰ ਬਿਠਾ ਜਾਂਦੀ ਸਾਂ ਤੇ ਆਪ ਪਿੰਡ ਵਿੱਚੋਂ ਭੋਜਨ ਮੰਗ ਕੇ ਲੈ ਆਉਂਦੀ ਰਹੀ ਹਾਂ। ਪਤ ਕੋ ਦੇ ਪਿਛਾਰੀ ਖਾਵਾਂ। ਤੇ ਮੰਗ ਕੇ ਲਿਆ ਕੇ ਤੇ ਪਹਿਲਾਂ ਮੈਂ ਆਪਦੇ ਪਤੀ ਨੂੰ ਖਵਾਉਂਦੀ, ਫਿਰ ਸੱਚੇ ਪਾਤਸ਼ਾਹ ਮੈਂ ਆਪ ਛਕਦੀ ਹਾਂ। ਨਿਸਬਾਸੁਰ ਮੈਂ ਸੇਵ ਕਮਾਵਾਂ। ਇਸ ਤਰ੍ਹਾਂ ਹੀ ਹੈ ਹਜ਼ੂਰ ਮੈਂ ਆਪਦੇ ਪਤੀ ਕੋੜੇ ਦੀ ਸੇਵਾ ਕਰਦੀ ਰਹੀ ਹਾਂ। ਮਾਮ ਪਤ ਕੋ ਪਿਖ ਕਰੈ ਗਿਲਾਨ। ਤੇ ਮਹਾਰਾਜ ਮੈਂ ਜਿੱਥੇ ਪਿੰਡ ਵਿੱਚ ਵੀ ਜਾਂਦੀ ਜਾਂ ਕਿਤੇ ਧਾਰਮਿਕ ਸਥਾਨ ਤੇ ਜਾਵਾਂ ਪਤੀ ਨੂੰ ਲੈ ਕੇ ਤੇ ਉੱਥੇ ਸਾਰੇ ਲੋਕ ਮੇਰੇ ਘਰ ਵਾਲੇ ਨੂੰ ਵੇਖ ਕੇ ਨੱਕ ਬੁੱਲ ਚੜਾਉਂਦੇ ਸੀ, ਬੜੀ ਗਲਾਨੀ ਨਫ਼ਰਤ ਮੰਨਦੇ ਸਨ। ਐਠ ਨਾ ਕੁਸ ਦੂਰ ਬਖਾਨ। ਇਸ ਕਰਕੇ ਮੈਂ ਇੱਥੇ ਵੀ ਆਈ ਸਾਂ ਮਹਾਰਾਜ ਤੇ ਇੱਥੇ ਵੀ ਕੁਝ ਕੁ ਜਿਹੜੇ ਵਾ ਉਹਨਾਂ ਇਸ ਤਰ੍ਹਾਂ ਮੇਰੇ ਪਤੀ ਨੂੰ ਵੇਖ ਕੇ ਨੱਕ ਬੁੱਲ ਜੇ ਵੱਟੇ, ਜਿਸ ਕਰਕੇ ਇੱਥੇ ਆ ਕਰਕੇ ਵੀ ਮੈਂ ਰੁਕੀ ਤੇ ਨੱਕ ਆਦਿਕ ਚੜਾਉਂਦੇ ਸੀ ਵੇਖ ਕੇ
ਤੇ ਕਹਿੰਦੇ ਸੀ ਵੀ ਦੂਰ ਲੈ ਜਾ ਇਹਨੂੰ, ਇਸ ਤਰ੍ਹਾਂ ਮੈਨੂੰ ਕਹਿੰਦੇ ਰਹੇ ਆ। ਤੁਮਰੇ ਚੱਕ ਤੇ ਹੈ ਦਿਸ਼ਪੁਰਾ। ਫਿਰ ਮੈਂ ਮਹਾਰਾਜ ਇੱਥੋਂ ਤੁਹਾਡੇ ਲੰਗਰਾਂ ਚੋਂ ਉੱਠ ਕੇ ਪਤੀ ਨੂੰ ਲੈ ਕੇ ਤੇ ਤੁਹਾਡਾ ਜਿਹੜਾ ਗੁਰੂ ਕਾ ਚੱਕ ਇਹ ਨਗਰ ਹੈ ਤਹਿ ਬਦਰੀ ਤਰ ਹੈ ਇੱਕ ਖਰਾ। ਤੇ ਪੁਰਾ ਕਹੀਏ ਪੂਰਬ ਵਾਲੇ ਪਾਸੇ ਨਾ ਤੁਹਾਡੇ ਇਸ ਨਗਰ ਦੇ ਇੱਕ ਬੇਰੀ ਦਾ ਸੰਘਣੀ ਝਿੜੀ ਆ, ਬੇਰੀ ਦਾ ਵੱਡਾ ਬ੍ਰਿਛ, ਨਾਲ ਕਿੰਨੇ ਛੋਟੇ ਛੋਟੇ ਬੇਰੀਆਂ ਦੇ ਰੁੱਖ ਹਨ। ਕੁਛ ਕੋ ਨਿਮਰ ਥਲ ਨੀਰ ਖਰਿਓ ਤੇ ਹੈ। ਉਸ ਵੱਡੇ ਬੇਰ ਸਾਹਿਬ ਦੇ ਹੇਠਾਂ ਨੀਵਾਂ ਥਾਂ ਹੋਣ ਕਰਕੇ ਕੁਝ ਕੁ ਪਾਣੀ ਖੜਿਆ ਹੋਇਆ ਸੀ। ਸਿਰ ਤੇ ਤਹਾਂ ਉਤਾਰ ਧਰਿਓ ਹੈ। ਤੇ ਮੈਂ ਹੁਣ ਮੰਗਣ ਜਾਣਾ ਸੀ ਤੇ ਸੋਹਣੀ ਛਾਂ ਠੰਡੀ ਵੇਖ ਕੇ, ਪਾਣੀ ਦਾ ਕਿਨਾਰਾ ਵੇਖ ਕੇ ਮਹਾਰਾਜ ਮੈਂ ਆਪਣੇ ਪਤੀ ਕੋੜੇ ਨੂੰ ਖਾਰੀ ਇੱਥੇ ਲਾ ਦਿੱਤੀ, ਉਹ ਬੇਰੀ ਦੇ ਹੇਠਾਂ। ਪਤ ਸਮੇਤ ਖਾਰੀ ਲੈ ਟਿਕਾਈ। ਤੇ ਆਪਦੇ ਪਤੀ ਸਮੇਤ ਉਹ ਖਾਰੀ ਜੀ ਮੈਂ ਬੇਰੀ ਦੇ ਹੇਠਾਂ ਰੱਖ ਕਰਕੇ ਜਾਚਨ ਆਨ ਗ੍ਰਾਮ ਮਹਤਾਈ। ਤੇ ਮੈਂ ਮਹਾਰਾਜ ਹੋਰ ਪਿੰਡਾਂ ਵਿੱਚੋਂ ਮੰਗਣ ਵਾਸਤੇ ਚਲੀ ਗਈ ਸਾਂ। ਉੱਤਰ ਦਿਸ਼ਾ ਬਸਤ ਹੈ ਤੁੰਗ। ਤੇ ਇਹ ਬੇਰਾਂ ਤੋਂ ਜਾਂ ਤੁਹਾਡੇ ਨਗਰ ਗੁਰੂ ਕੇ ਚੱਕ ਤੋਂ ਉੱਤਰ ਵਾਲੇ ਪਾਸੇ ਜਿਹੜਾ ਤੁੰਗ ਪਿੰਡ ਵਸਦਾ ਹੈ, ਤਹਾਂ ਜਾਏ ਮੈਂ ਅੰਨ ਸੋ ਮੰਗ। ਤੇ ਮਹਾਰਾਜ ਮੈਂ ਉੱਥੇ ਜਾ ਕੇ ਫਿਰ ਅੰਨ ਰੋਟੀ ਪ੍ਰਸ਼ਾਦਾ ਮੰਗਣ ਵਾਸਤੇ ਉਹ ਤੁੰਗ ਪਿੰਡ ਵਿੱਚ ਗਈ ਚਲੀ। ਬੀਤੇ ਜਾਮ ਜੁਗ ਚੱਲ ਕਰਵਾਈ। ਤੇ 2 ਪਹਿਰ ਮੈਨੂੰ ਉੱਥੇ ਲੰਘ ਗਏ, ਭਾਵ ਕੁਆ 6 ਕੁ ਘੰਟੇ। ਇਸ ਤਰ੍ਹਾਂ ਪਿੰਡ ਵਿੱਚ ਮੰਗਦਿਆਂ ਮੰਗਾਉਂਦਿਆਂ ਜਦੋਂ ਪੂਰੇ ਹੋਏ ਤੇ ਮੰਗ ਕੇ ਗਜਾ ਲੈ ਕੇ ਜਾਂ ਮੰਗ ਕਰਕੇ ਪ੍ਰਸ਼ਾਦਾ, ਤੇ ਜਦੋਂ ਮੈਂ ਵਾਪਸ ਇੱਥੇ ਪਹੁੰਚੀ ਪਾਤ ਪਿੰਗਲ ਨਹਿ ਪਿਖਿਓ ਤੇ ਥਾਈ। ਤੇ ਮਹਾਰਾਜ ਮੈਨੂੰ ਮੇਰਾ ਜਿਹੜਾ ਪਿੰਗਲਾ ਪਤੀ ਹੈ ਉਹ ਨਹੀਂ ਇੱਥੇ ਦਿਸਿਆ ਆਈ ਨੂੰ। ਬਿਨਾ ਕੁਸ਼ਟ ਕਰ ਪਗ ਜੁਤ ਸਾਰਿਓ। ਪਰ ਮੈਂ ਉੱਥੇ ਕੀ ਵੇਖਿਆ ਵੀ ਇੱਕ ਜਿਹੜਾ ਵਹ ਹੱਥਾਂ ਪੈਰ ਜਿਹਦੇ ਪੂਰੇ ਹੈ, ਕਿਉਂਕਿ ਮੇਰੇ ਪਤੀ ਦੇ ਤਾਂ ਹੱਥ ਪੈਰ ਕੋੜ ਨਾਲ ਝੜ ਗਏ ਸਨ ਮਹਾਰਾਜ, ਤੇ ਹੱਥ ਪੈਰ ਜਿਹਦੇ ਪੂਰੇ ਆ ਤੇ ਕੋੜ ਦਾ ਕੋਈ ਨਿਸ਼ਾਨ ਤੱਕ ਨਹੀਂ ਹੈ ਇਸ ਤਰ੍ਹਾਂ ਦਾ। ਆਏ ਤਹਾਂ ਇਹੋ ਪੁਰਖ ਨਿਹਾਰਿਓ। ਆ ਮਹਾਰਾਜ ਜਿਹੜਾ ਝਗੜਾ ਕਰਦੀ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਨਾ, ਇਸ ਨੌਜਵਾਨ ਨੂੰ ਮੈਂ ਉੱਥੇ ਆਈ ਨੇ ਵੇਖਿਆ ਵੀ ਇਹਦੇ ਨਾ ਇਹਦੇ ਸਰੀਰ ਤੇ ਕੋਈ ਕੋੜ ਦਾ ਨਿਸ਼ਾਨ, ਤੇ ਬਿਲਕੁਲ ਤੰਦਰੁਸਤ ਹੈ, ਤੇ ਖਾਰੀ ਮੁੱਧੀ ਮਾਰ ਕੇ ਤੇ ਉੱਤੇ ਲੱਤ ਤੇ ਲੱਤ ਰੱਖ ਕੇ ਬੈਠਾ ਮੈਂ ਵੇਖਿਆ। ਮੁਝ ਮਨ ਮਹਿ ਨਹਿ ਨਿਸ਼ਚੈ ਹੋਵਾ। ਭਾਵੇਂ ਮਹਾਰਾਜ ਕਹਿੰਦਾ ਵੀ ਮੈਂ ਉਹੀ ਕੋੜਾ ਤੇਰਾ ਪਤੀ ਹਾਂ, ਪਰ ਸੱਚੇ ਪਾਤਸ਼ਾਹ ਜੀ ਕਿਵੇਂ ਮੰਨ ਲਵਾਂ? ਮੈਨੂੰ ਇਹਦਾ ਨੀਤ ਠੀਕ ਨਹੀਂ ਲੱਗਦੀ, ਇਹਦੇ ਮਨ ਵਿੱਚ ਪਾਪ ਲੱਗਦਾ, ਮੇਰਾ ਭਾਵ ਸਰੂਪ ਵੇਖ ਕੇ ਇਹਦੇ ਮਨ ਵਿੱਚ ਮੈਲ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਇਹ ਕਹਿੰਦਾ, ਪਰ ਮੇਰੇ ਮਨ ਵਿੱਚ ਨਿਹਚਾ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ ਹੈ ਇਹਦੇ ਕਹੇ ਤੇ। ਕਿਸ ਪ੍ਰਕਾਰ ਪਾਨਵਾ ਨਿਰੋਵਾ। ਕਿਉਂਕਿ ਇਹ ਕਹਿੰਦਾ ਮੈਂ ਉਹੀ ਤੇਰਾ ਪਤੀ ਹਾਂ, ਪਰ ਭਰੋਸਾ ਮਹਾਰਾਜ ਕਿਵੇਂ ਕਰਾਂ ਵੀ 8 ਪਹਿਰਾਂ 'ਚ ਕੋਈ ਇੰਨਾ ਨਿਵਾ ਨਰੋਆ ਕਿਵੇਂ ਹੋ ਸਕਦਾ? ਇਹਦੇ ਸਰੀਰ ਤੇ ਤਾਂ ਕੋੜ ਦਾ ਨਿਸ਼ਾਨ ਤੱਕ ਨਹੀਂ ਹੈ, ਤੇ ਇਹ ਤਾਂ ਬਿਲਕੁਲ ਨਵਾਂ ਨਰੋਆ ਹੈ। ਸਕਲ ਬਾਤ ਸੁਨ ਕੈ ਤਿਜ ਕੇਰੀ। ਇਸ ਬੀਬੀ ਰਾਜ ਕੌਰ ਦੀ ਸਾਰੀ ਗੱਲ ਸਤਿਗੁਰਾਂ ਨੇ ਧਿਆਨ ਦੇ ਸੁਣੀ ਹੈ। ਮਾਨਵ ਸਾਥੋ ਪਨਿਓ ਤਿਸ ਬੇਰੀ। ਤੇ ਜਿਹੜਾ ਇਹ ਬੀਬੀ ਰਾਜ ਕੌਰ ਦੇ ਨਾਲ ਆਇਆ ਨਾ ਉਹ ਪਤੀ ਇਹਦਾ, ਤੇ ਸੱਚੇ ਪਾਤਸ਼ਾਹ ਜੀ ਇਸ ਜਿਹੜੇ ਨੌਜਵਾਨ ਨੂੰ ਇਸ ਤਰ੍ਹਾਂ ਬੋਲੇ ਆ, ਪਿੰਗਲ ਦੇਹ ਬਿਖੈ ਵੱਡ ਰੋਗ। ਵੀ ਜਿਹਦੀ ਜਿਵੇਂ ਦੱਸਦੀ ਹੈ ਲੜਕੀ ਰਾਜ ਕੌਰ ਵੀ ਇਹਦੇ ਘਰ ਵਾਲੇ ਦੀ ਸਰੀਰ ਤੇ ਬੜਾ ਪਿੰਗਲ ਦਾ ਰੋਗ ਸੀ, ਭਾਵ ਪਿੰਗਲਾ ਸੀ, ਹੱਥ ਪੈਰ ਹੈ ਨਹੀਂ ਸੀ, ਤੇ ਉਹ ਕੋੜ ਨਾਲ ਝੜੇ ਹੋਏ ਸਨ, ਪਾਕ ਵਹਿੰਦੀ ਸੀ। ਤੂੰ ਕਹ ਕੈਸੇ ਪਇਓ ਅਰੋਗ। ਤੇ ਜੇ ਤੂੰ ਇਹਦਾ ਪਤੀ ਹੈ ਤੇ ਫਿਰ ਤੇਰਾ ਕੋੜ ਕਿੱਧਰ ਗਿਆ ਹੈ? ਕਿਉਂ ਨਹੀਂ ਤੇਰੇ ਤੇ ਕੋਈ ਨਿਸ਼ਾਨ ਹੈ, ਕੋਈ ਰੇਸ਼ਾ ਪਾਕ, ਹੱਥ ਪੈਰ ਤੇਰੇ ਸਭ ਠੀਕ ਹੈ, ਕਿਵੇਂ ਤੂੰ ਤੰਦਰੁਸਤ ਹੋਇਆ ਹੈ? ਸਕਲ ਜਥਾਰਤ ਬਾਤ ਸੁਨਾਵਾ। ਸੱਚੋ ਸੱਚ ਸਾਡੇ ਤਾਈਂ ਸਾਰੀ ਗੱਲ ਜਿਵੇਂ ਹੋਈ ਉਵੇਂ ਹੀ ਦੱਸਣੀ ਕਰ। ਨਾਹੇ ਤਾਂ ਵੱਡ ਸਜਾਏ ਕੋ ਤੇ ਪਾਵਾ। ਜੇ ਕੋਈ ਝੂਠ ਬੋਲਿਆ ਅਸੀਂ ਸਭ ਕੁਝ ਜਾਣਦੇ ਆ, ਜੇ ਝੂਠ ਬੋਲਿਆ ਤੇ ਸਿੱਖਾਂ ਤੋਂ ਤੈਨੂੰ ਬਹੁਤ ਚਾਟਾ ਛਕਾਵਾਂਗੇ, ਇਥੋਂ ਕੁੱਟ ਪਵਾਵਾਂਗੇ, ਬੜੀ ਸਜ਼ਾ ਮਿਲੇਗੀ। ਕਪਟ ਜੇ ਕਰਿਓ ਪਾਰ ਜਾਹੇ। ਵੀ ਜੇ ਜਾਣਿਆ ਨਾ ਮਨ ਵਿੱਚ ਵੀ ਜੇ ਤੂੰ ਉਹ ਕੋੜਾ ਨਹੀਂ ਹੈ ਇਹਦਾ ਪਤੀ, ਤੇ ਮਨ ਵਿੱਚ ਇਹ ਲਾਲਚ ਰੱਖੇ ਵੀ ਇਸ ਇਸਤਰੀ ਸੁੰਦਰ ਸਰੂਪ ਵਾਲੀ ਨੂੰ ਘਰ ਲੈ ਜਾਵਾਂਗਾ, ਆਪਣੀ ਪਤਨੀ ਬਣਾ ਲਵਾਂਗਾ, ਜੇ ਇਹੋ ਜਿਹਾ ਮਨ ਵਿੱਚ ਮੈਲ ਪਾਪ ਰੱਖੀ ਪ੍ਰਗਟ ਹੋਈ ਤੇ ਬਹੁਤ ਸਜ਼ਾ ਦੇਵਾਂਗੇ। ਬਸ ਹੈ ਨਹੀਂ ਇਹੋ ਤੋਹਿ ਨਿਕੇਤ। ਕਿਉਂਕਿ ਜੇ ਤੇਰੇ ਮਨ ਵਿੱਚ ਪਾਪ ਹੋਇਆ ਨਾ, ਤੇ ਜਤ ਸਤ ਵਾਲੀ ਧਰਮੀ ਬੀਬੀ ਹੈ,
ਤੇ ਇਹ ਲੜਕੀ ਤੇਰੇ ਘਰ ਵਿੱਚ ਵਸੇਗੀ ਨਹੀਂ, ਕਿਉਂਕਿ ਇਹਦੇ ਪਾਸ ਜਾਤ ਸਤ ਹੈ ਤੇ ਤੇਰੇ ਮਨ ਵਿੱਚ ਫਿਰ ਪਾਪ ਹੋਵੇਗਾ। ਸੁਣ ਗੁਰ ਤੇ ਤਿਹ ਮਾਨਵ ਤੇ ਕਹਿਓ। ਇਸ ਤਰ੍ਹਾਂ ਸਤਿਗੁਰਾਂ ਤੋਂ ਸੁਣ ਕੇ ਤਾੜਨਾ ਦੇ ਬਚਨ ਇਹ ਮਨੁੱਖ ਜਿਹੜਾ ਬੋਲਿਆ ਹੈ। ਸਰਬ ਬਿਰਤਾਂਤ ਸੁਨਹੁ ਜਿਮ ਲਹਿਓ। ਹੇ ਸੱਚੇ ਪਾਤਸ਼ਾਹ ਜੀ, ਮਹਾਰਾਜ ਜਿਵੇਂ ਜੋ ਕੁਝ ਵੀ ਵਰਤਿਆ, ਕਿਵੇਂ ਮੇਰਾ ਰੋਗ ਠੀਕ ਹੋਇਆ, ਉਹ ਸਾਰਾ ਬਿਰਤਾਂਤ ਮਹਾਰਾਜ ਜਾਣਨਾ ਕਰੋ ਜੀ। ਬਦਰੀ ਸੋ ਤਰ ਕਰ ਮਮ ਖਾਰੀ। ਮਹਾਰਾਜ ਜਿਹੜਾ ਇੱਥੇ ਚੜ੍ਹਦੇ ਵਾਲੇ ਪਾਸੇ ਤੁਹਾਡੇ ਨਗਰ ਤੋਂ ਇਹ ਰੁੱਖ ਹੈ ਨਾ, ਉੱਥੇ ਬੇਰੀ ਦਾ ਰੁੱਖ ਜਿੱਥੇ ਮੇਰੀ ਖਾਰੀ ਇਹ ਰੱਖ ਕੇ ਗਈ ਸੀ, ਜਬ ਇਹ ਮੰਗਨ ਹੇਤ ਸਿਧਾਰੀ। ਤੇ ਮੈਨੂੰ ਉੱਥੇ ਰੱਖ ਕੇ ਤੇ ਜਦੋਂ ਇਹ ਮੇਰੀ ਪਤਨੀ ਰਾਜ ਕੌਰ ਤੁੰਗ ਪਿੰਡ ਵਿੱਚੋਂ ਮੰਗਣ ਗਈ ਸੀ,